ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਕਈ ਵਾਰੀ ਇਸ ਤਰ੍ਹਾਂ ਵੀ ਹੁੰਦਾ ਹੈ ਕਿ 8-8 10-10 ਸਾਲ 15-15 ਸਾਲ ਸਾਧ ਸੰਗਤ ਕਰਦਿਆਂ ਗੁਰਬਾਣੀ ਸੁਣਦਿਆਂ ਸਾਡੀ ਆਤਮਾ ਦਾ ਵਿਕਾਸ ਨਹੀਂ ਹੁੰਦਾ। ਇਸ ਦਾ ਕਾਰਨ ਇਹ ਹੈ ਕਿ ਆਤਮਾ ਦਾ ਵਿਕਾਸ ਸਾਡੇ ਅੰਤਰ-ਆਤਮੇ ਲਿਖਿਆ ਹੋਇਆ ਹੈ। ਜਦੋਂ ਅਸੀਂ ਅੰਤਰਮੁਖੀ ਹੋਵਾਂਗੇ ਉਸ ਅਨੁਭਵ ਤਾਈਂ ਪਹੁੰਚਾਂਗੇ, ਉਸ ਤੋਂ ਅੱਗੇ ਆਤਮਿਕ ਵਿਕਾਸ ਹੋਣਾ ਹੈ। ਪਰ ਅਸੀਂ ਸਿਰਫ ਬਾਹਰਮੁਖੀ ਕਰਮ ਕਾਂਡਾਂ ਤਾਈਂ ਆਪਣੇ ਪਰਮਾਰਥ ਜੀਵਨ ਨੂੰ ਸੀਮਤ ਰੱਖਦੇ ਹਾਂ। ਕੰਨਾਂ ਨਾਲ ਗੁਰਬਾਣੀ ਸੁਣ ਲਈ, ਵਕਤੀ ਰਸ ਮਾਣ ਲਿਆ, ਹੱਥਾਂ ਨਾਲ ਸੇਵਾ ਕਰ ਲਈ। ਚਲੋ ਇਹ ਵੀ ਸ਼ੁਕਰ ਹੈ, ਕਿਉਂਕਿ ਕਮ ਸੇ ਕਮ ਮਨ ਤਾਂ ਨਿਰਮਲ ਰਹਿੰਦਾ ਹੈ। ਪਰ ਜਦ ਤੱਕ ਅੰਤਰਮੁਖੀ ਹੋ ਕੇ ਉਸ ਅਨੁਭਵ ਤਾਈਂ, ਹੁਕਮ ਤਾਈਂ, ਤਤ ਗਿਆਨ ਤਾਈਂ ਨਹੀਂ ਪਹੁੰਚਦੇ, ਤਦ ਤਾਈਂ ਨਾ ਤਾਂ ਨਾਮ ਦੀ ਪ੍ਰਾਪਤੀ ਹੋ ਸਕਦੀ ਹੈ, ਨਾ ਉਹ ਗੁਰਬਾਣੀ ਵਿੱਚ ਲਿਖੀਆਂ ਬਰਕਤਾਂ ਨਸੀਬ ਹੋਣਗੀਆਂ, ਨਾ ਜੰਮਣ ਮਰਨ ਤੋਂ ਛੁਟਕਾਰਾ ਹੋਵੇਗਾ। ਸੋ ਇਸ ਅੰਤਰਮੁਖੀ ਜੀਵਨ ਦੀ ਬਾਬਤ ਗੁਰਬਾਣੀ ਪੂਰੀ ਭਰੀ ਪਈ ਹੈ। ਸਾਰਾ ਵਿਸਥਾਰ ਇਸੇ ਅੰਤਰਮੁਖੀ ਜੀਵਨ ਦਾ ਹੈ। ਗੁਰਮੁਖ ਪਿਆਰਿਆਂ ਨੇ ਇਸੇ ਅੰਤਰਮੁਖੀ ਜੀਵਨ ਦੀ ਵਿਆਖਿਆ ਆਪਣੇ ਲਿਖਤਾਂ ਵਿੱਚ ਕੀਤੀ ਹੈ। ਸੋ ਹਰ ਲੇਖ ਵਿੱਚ ਤਕਰੀਬਨ ਅੰਤਰਮੁਖੀ ਜੀਵਨ ਦਾ ਸਾਨੂੰ ਉਪਦੇਸ਼ ਦਿੱਤਾ ਗਿਆ ਹੈ। ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਵੀ ਇਹੀ ਅੰਤਰਮੁਖੀ ਜੀਵਨ ਦਾ ਵਿਸਥਾਰ ਕੀਤਾ ਗਿਆ ਹੈ। ਜੇ ਸਾਡੇ ਵਿੱਚੋਂ ਇੱਕ ਵੀ ਟੁੱਟ ਕੇ ਇਸ ਪਾਸੇ ਲੱਗ ਗਿਆ, ਅੰਤਰਮੁਖੀ ਜੀਵਨ ਦੀ ਕਮਾਈ ਸ਼ੁਰੂ ਕਰਤੀ, ਸਾਡਾ ਸਾਰਿਆਂ ਦਾ ਅੱਜ ਦਾ ਪੜਿਆ ਸੁਣਿਆ ਇਹ ਸਫਲਾ ਹੋ ਜਾਵੇਗਾ। ਆਓ ਪਿਆਰ ਨਾਲ ਸਰਵਣ ਕਰੀਏ। ਅਕਾਲ ਪੁਰਖ ਨੇ ਦੇਖਣ ਕੋ ਪਰਪੰਚ ਕੇ ਅਨਸਾਰ ਆਪਣੀ ਮੋਜ ਵਿੱਚ ਇਹ ਕਾਇਨਾਤ ਸਾਜੀ ਹੈ। 84 ਲੱਖ ਜੂਨਾਂ ਤੇ ਹੋਰ ਬੇਅੰਤ ਤਤ ਸਾਜ ਕੇ ਇਹਨਾਂ ਵਿੱਚ ਅਦ੍ਰਿਸ਼ਟ ਸੂਖਮ ਸਰੂਪ ਵਿੱਚ ਆਪ ਹੀ ਗੁਪਤ ਵਰਤ ਰਿਹਾ ਹੈ। ਇਸ ਇਲਾਹੀ ਜੋਤ ਉਦਾਲੇ ਹਉਮੈ ਦੇ ਭਰਮ ਭੁਲਾਵੇ ਦਾ ਛੋੜ ਚੜਨ ਕਾਰਨ ਇਹ ਅੱਡ-ਅੱਡ ਹਸਤੀਆਂ ਬਣੀਆਂ ਹੋਈਆਂ ਹਨ, ਜਿਨ੍ਹਾਂ ਨੂੰ ਜੀਵ ਕਿਹਾ ਜਾਂਦਾ ਹੈ। ਇਹਨਾਂ ਜੀਵਾਂ ਦੇ ਜਨਮ, ਵਧਣ, ਫੁੱਲਣ, ਪ੍ਰਤਪਾਲਣਾ, ਵਿਕਾਸ ਤੇ ਲੈਅ ਹੋਣ ਲਈ ਆਪਣੇ ਇਲਾਹੀ ਹੁਕਮ ਦੁਆਰਾ ਕੁਦਰਤ ਬਣਾ ਦਿੱਤੀ। ਇਹ ਕੁਦਰਤ ਕੋਈ ਬਾਹਰਲੀ ਅਡਰੀ ਹਸਤੀ ਨਹੀਂ ਚਲਾ ਰਹੀ। ਇਸ ਕੁਦਰਤ ਵਿੱਚ ਹਰ ਇੱਕ ਸ਼ੈ ਜਾਂ ਜੀਵ ਉਸ ਦੇ ਅੰਤਰ ਨਾਲ ਲਿਖੇ ਇਲਾਹੀ ਹੁਕਮ ਦੁਆਰਾ ਜੀਵਨ ਵਿੱਚ ਵਿਚਰ ਰਿਹਾ ਹੈ। ਕੁਦਰਤ ਨੂੰ ਕੌਣ ਚਲਾ ਰਿਹਾ ਹੈ? ਉਹ ਹੁਕਮ। ਹੁਕਮ ਕਿੱਥੇ ਹੈ? ਸਾਡੇ ਸਾਰਿਆਂ ਦੇ ਅੰਤਰ ਆਤਮੇ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਸੋ ਇਹ ਹੁਕਮ ਕਿਤਾਬਾਂ ਵਿੱਚ ਨਹੀਂ ਲਿਖਿਆ ਹੋਇਆ। ਇਹ ਤਾਂ ਹਰ ਜੀਵ ਦੇ ਨਾਲ ਉਸ ਦੀ ਸਾਜਨਾ ਦੇ ਵੇਲੇ ਤੁਰੋਂ ਹੀ ਅੰਤਰ ਆਤਮੇ ਲਿਖਿਆ ਆਉਂਦਾ ਹੈ। ਕਿਤਾਬਾਂ ਵਿੱਚ ਲਿਖੇ ਕਾਨੂੰਨ ਤਾਂ ਮਿਟ ਸਕਦੇ ਹਨ ਜਾਂ ਬਦਲ ਵੀ ਸਕਦੇ ਹਨ, ਪਰ ਇਹ ਇਲਾਹੀ ਹੁਕਮ ਜੀਵ ਦੇ ਅੰਤਰ ਆਤਮੇ ਨਾਲ ਲਿਖਿਆ ਹੋਣ ਕਰਕੇ ਅਭੁੱਲ, ਅਟਲ, ਸਦੀਵੀ ਇਕਸਾਰ ਵਰਤ ਰਿਹਾ ਹੈ। ਇਲਾਹੀ ਹੁਕਮ ਇਹ ਭਿੰਨ-ਭਿੰਨ ਜੂਨਾਂ ਦੇ ਅੱਡ-ਅੱਡ ਜੀਵਾਂ ਵਿੱਚ ਓਤ-ਪੋਤ ਲਿਪਟ ਕੇ ਗੁਪਤ ਰੂਪ ਵਿੱਚ ਵਰਤ ਰਿਹਾ ਹੈ। ਜਦੋਂ ਤੱਕ ਜੀਵ ਇਸ ਇਲਾਹੀ ਹੁਕਮ ਨੂੰ ਬੁੱਝ ਕੇ ਇਸ ਦੀ ਰਜ਼ਾ ਵਿੱਚ ਚੱਲਦਾ ਹੈ, ਉਦੋਂ ਤਾਈਂ ਜੀਵ ਆਤਮਿਕ ਜੀਵਨ ਰਾਹ ਵਿੱਚ ਸਹਿਜੇ ਹੀ ਰੁੜਦਾ ਹੋਇਆ ਆਪਣੇ ਹੁਕਮੀ ਅਕਾਲ ਪੁਰਖ ਵੱਲ ਖਿੱਚੀਂਦਾ ਜਾਂਦਾ ਹੈ। ਪਰ ਜਦ ਜੀਵ ਆਪਣੇ ਹਉਮੈ ਦੇ ਭਰਮ ਭੁਲਾਵੇ ਵਿੱਚ ਆਪਣੀ ਸਿਆਣਪ ਤੇ ਚਤਰਾਈ ਕੋੜਦਾ ਹੈ ਤੇ ਇਲਾਹੀ ਜੀਵਨ ਰਾਹ ਦੀ ਰਵਾਨਗੀ ਵਿੱਚ ਵਿਘਨ ਪਾ ਦਿੰਦਾ ਹੈ, ਤਾਂ ਉਹ ਇਲਾਹੀ ਹੁਕਮ ਤੋਂ ਬੇਮੁਖ ਹੋ ਕੇ ਤ੍ਰੈਗੁਣੀ ਮਾਇਕੀ ਅਸੂਲ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਧੀਨ ਜੀਵਨ ਭੋਗਦਾ ਹੈ। ਧਿਆਨ ਦੇਣਾ ਜੀ, ਜੇ ਅਸੀਂ ਹੁਕਮ ਨੂੰ ਬੁੱਝ ਲਈਏ ਤੇ ਉਸ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਈਏ, ਤਾਂ ਉਹ ਹੁਕਮ ਸਿੱਧਾ ਸਾਨੂੰ ਹੁਕਮੀ ਪਰਮਾਤਮਾ ਕੋਲ ਲੈ ਕੇ ਜਾਂਦਾ ਹੈ, ਕੋਈ ਰੁਕਾਵਟ ਨਹੀਂ। ਪਰ ਜਦੋਂ ਹੁਕਮ ਨੂੰ ਨਹੀਂ ਬੁੱਝਦੇ, ਆਪਣੀ ਸਿਆਣਪ ਵਿੱਚ ਰਲਾ ਦਿੰਦੇ ਹਾਂ, ਤਾਂ ਹੁਕਮ ਵਿੱਚ ਵਿਘਨ ਪੈਂਦਾ ਹੈ। ਉਦੋਂ ਅਸੀਂ ਹੁਕਮੀ ਵੱਲ ਨਹੀਂ ਖਿੱਚੀਂਦੇ ਜਾਂਦੇ, ਬਲਕਿ ਕਾਰਮਿਕ ਕਾਨੂੰਨ ਦੇ ਅਧੀਨ ਜੋ ਮੈਂ ਕੀਆ ਸੋ ਮੈਂ ਪਾਇਆ ਦਾ ਜਿਹੜਾ ਅਸੂਲ ਹੈ, ਉਸ ਦੇ ਅਧੀਨ ਆ ਜਾਂਦੇ ਹਾਂ। ਜੀਵ ਅਕਾਲ ਪੁਰਖ ਦੀ ਜੋਤ ਸਰੂਪੀ ਪ੍ਰਕਾਸ਼ ਦੀ ਚਿਣਗ ਜਾਂ ਜੋਤ ਹੋਣ ਕਾਰਨ ਇਸ ਦੀ ਸਾਜਨਾ ਦੇ ਨਾਲ ਹੀ ਇਸ ਦੇ ਪਾਲਣ ਪੋਸ਼ਣ ਤੇ ਵਿਕਾਸ ਦਾ ਸੰਪੂਰਨ ਤੇ ਅਭੁੱਲ ਪ੍ਰਬੰਧ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕੱਢ ਛੱਡਿਆ ਹੈ। ਸੋ ਜੀਵ ਦੇ ਸਰੀਰਕ, ਮਾਨਸਿਕ ਅਤੇ ਆਤਮਿਕ ਵਿਕਾਸ ਨੂੰ ਕਿਸੇ ਬਾਹਰਲੀ ਸ਼ਕਤੀ ਦੇ ਆਸਰੇ ਨਹੀਂ ਛੱਡਿਆ,
ਕਿਉਂਕਿ ਬਾਹਰਲੀ ਸ਼ਕਤੀ ਦੇ ਕਾਨੂੰਨ ਅਧੂਰੇ ਤੇ ਗਲਤ ਹੋ ਸਕਦੇ ਹਨ ਤੇ ਬਦਲ ਸਕਦੇ ਹਨ, ਪਰ ਇਹ ਇਲਾਹੀ ਹੁਕਮ ਸੰਪੂਰਨ, ਅਭੁੱਲ, ਅਟਲ, ਤੁਰਾਂ ਤੋਂ ਇਕਸਾਰ ਵਰਤਦਾ ਆਇਆ ਹੈ ਤੇ ਇਸ ਤਰ੍ਹਾਂ ਸਦੀ ਵੀ ਚੱਲਦਾ ਰਹੇਗਾ। ਦੁਨਿਆਵੀ ਮਾਂ ਆਪਣੇ ਬੱਚੇ ਦੀ ਸਦਾ ਸ਼ੁਭਚਿੰਤਕ ਹੈ ਤੇ ਉਸ ਦਾ ਭਲਾ ਲੋਚਦੀ ਹੈ ਤੇ ਉਸ ਨੂੰ ਪਿਆਰ ਕਰਦੀ ਹੈ। ਦੁਨਿਆਵੀ ਮਾਂ ਦੇ ਹਿਰਦੇ ਵਿੱਚ ਆਪਣੀ ਅੰਸ਼ ਬੱਚੇ ਲਈ ਇਹ ਅਮਿੱਟ ਪਿਆਰ ਤੇ ਸ਼ੁਭ ਕਾਮਨਾਵਾਂ, ਇਲਾਹੀ ਮਾਂ ਪਰਮਾਤਮਾ ਦਾ ਆਪਣੀ ਅੰਸ਼ ਜੀਵਾਂ ਲਈ ਬੇਅੰਤ ਆਤਮਿਕ ਪਿਆਰ ਤੇ ਸ਼ੁਭ ਭਾਵਨਾਵਾਂ ਦਾ ਹੀ ਅਕਸ ਜਾਂ ਪ੍ਰਤੀਕ ਹੈ। ਗੁਰਬਾਣੀ ਵਿੱਚ ਇਸ ਇਲਾਹੀ ਪਿਆਰ ਨੂੰ ਇਉਂ ਦਰਸਾਇਆ ਗਿਆ ਹੈ, ਜੀ ਜੰਤ ਸਭ ਪਾਛੇ ਕਰਿਆ ਪ੍ਰਥਮੇ ਰਿਜਕ ਸਮਾਹ, अपने जी जंत प्रतिपारे जो बारक माता समारे, कोट ब्रह्मंड को ठाकुर स्वामी सर्व जियां का दाता रे, प्रतिपाले निसार समाले गुण नहीं मूर्ख जाता रे। खेल खिलाए लाड लडावे सदा सदा अंधाई, प्रतिपाले बारक की न्याई जैसे मात पिताई। जद के जीवां दी ਸਰੀਰਕ ਤੇ ਮਾਨਸਿਕ ਸੰਭਾਲ ਤੇ ਵਿਕਾਸ ਲਈ ਅਕਾਲ ਪੁਰਖ ਨੇ ਆਪਣੇ ਹੁਕਮ ਦੁਆਰਾ ਕੁਦਰਤ ਦੀ ਰਚਨਾ ਦੇ ਨਾਲ ਹੀ ਸੰਪੂਰਨ ਤੇ ਅਟਲ ਪ੍ਰਬੰਧ ਕਰ ਦਿੱਤਾ ਹੈ, ਤਾਂ ਸਾਡੇ ਆਤਮਿਕ ਵਿਕਾਸ ਲਈ ਵੀ ਤੁਰਾਂ ਤੋਂ ਹੀ ਸੰਪੂਰਨ, ਅਭੁੱਲ, ਅਟਲ ਸਾਧਨ ਜਾਂ ਧਰਮ ਸਾਡੇ ਅੰਤਰ ਆਤਮੇ ਨਾਲ ਹੀ ਲਿਖ ਦਿੱਤਾ ਹੈ। ਜਿੱਥੇ ਸਾਡੇ ਸਰੀਰਕ ਤੇ ਮਾਨਸਿਕ ਵਿਕਾਸ ਇਹ ਹੁਕਮ ਦੁਆਰਾ ਲਿਖਿਆ ਸਾਡੇ ਅੰਤਰ ਆਤਮੇ, ਉੱਥੇ ਜਿਹੜਾ ਸਾਡਾ ਆਤਮਿਕ ਵਿਕਾਸ ਹੈ ਉਸ ਲਈ ਵੀ ਤੁਰਾਂ ਤੋਂ ਹੀ ਸੰਪੂਰਨ, ਅਭੁੱਲ, ਅਟਲ ਸਾਧਨ ਜਾਂ ਧਰਮ ਉਹ ਸਾਡੇ ਅੰਤਰ ਆਤਮੇ ਨਾਲ ਹੀ ਲਿਖ ਦਿੱਤਾ ਹੈ, ਤਾਂ ਕਿ ਉਸ ਦੀ ਪਿਆਰੀ ਅੰਸ਼ ਰੂਪੀ ਜੀਵ ਨੂੰ ਆਤਮਿਕ ਜੀਵਨ ਦੀ ਸਹੀ ਅਗਵਾਈ ਲਈ ਕਿਸੇ ਬਾਹਰਲੇ ਦਿਮਾਗੀ ਗਿਆਨ ਦਾ ਆਸਰਾ ਨਾ ਲੈਣਾ ਪਵੇ। ਕਿਉਂਕਿ ਬਾਹਰਮੁਖੀ ਦਿਮਾਗੀ ਗਿਆਨ ਇਹ ਹਉਮੈ ਦੇ ਭਰਮ ਭੁਲਾਵੇ ਵਿੱਚੋਂ ਪੁੱਜਦਾ ਹੈ, ਇਸ ਲਈ ਬਾਹਰਲਾ ਦਿਮਾਗੀ ਗਿਆਨ ਬਹੁਰੰਗਾ, ਬਦਲਵਾਂ, ਅਧੂਰਾ ਤੇ ਗਲਤ ਹੋ ਸਕਦਾ ਹੈ। ਸੋ ਸਾਡੇ ਜੀਵਨ ਦਾ ਸਭ ਤੋਂ ਉੱਚਾ, ਸੁੱਚਾ ਤੇ ਵਿਸ਼ੇਸ਼ ਤੇ ਜ਼ਰੂਰੀ ਪੱਖ ਆਤਮਿਕ ਜੀਵਨ ਹੈ। ਮਨੁੱਖਾ ਜੀਵਨ ਪ੍ਰਾਪਤ ਹੀ ਇਸ ਕਰਕੇ ਹੋਇਆ ਸੀ, ਖਾ ਪੀ ਤਾਂ ਅਸੀਂ ਪਸ਼ੂਆਂ ਦੇ ਜੂਨਾਂ ਵਿੱਚ ਵੀ ਲਿਆ, ਸਭ ਕੁਝ ਭੋਗ ਗਿਆ, ਪਰ ਮਨੁੱਖਾ ਜਨਮ ਸਾਨੂੰ ਆਤਮਿਕ ਜੀਵਨ ਲਈ ਦਿੱਤਾ ਗਿਆ ਸੀ, ਬਖਸ਼ਿਆ ਗਿਆ ਸੀ। ਜਦ ਕਿ ਅਕਾਲ ਪੁਰਖ ਨੇ ਆਪਣੇ ਅੰਸ਼ ਰੂਪੀ ਜੀਵਾਂ ਦੇ ਸਰੀਰਕ ਤੇ ਮਾਨਸਿਕ ਜੀਵਨ ਦਾ ਪ੍ਰਬੰਧ ਕਿਸੇ ਬਾਹਰਲੀ ਸ਼ਕਤੀ ਤੇ ਨਹੀਂ ਛੱਡਿਆ, ਤਾਂ ਜੀਵ ਦੇ ਜ਼ਰੂਰੀ ਜਿਹੜਾ ਆਤਮਿਕ ਪੱਖ ਹੈ ਉਸ ਦੇ ਵਿਕਾਸ ਦਾ ਪ੍ਰਬੰਧ ਵੀ ਕਿਸੇ ਬਾਹਰਮੁਖੀ ਸੀਮਤ ਭਰਮ ਭੁਲਾਵੇ ਵਾਲੇ ਦਿਮਾਗੀ ਗਿਆਨ ਜਾਂ ਧਰਮ ਤੇ ਕਿਵੇਂ ਛੱਡਿਆ ਜਾ ਸਕਦਾ ਹੈ। ਦੂਜੇ ਸ਼ਬਦਾਂ ਵਿੱਚ ਜੀਵ ਦੇ ਆਤਮਿਕ ਜੀਵਨ ਦੇ ਵਿਕਾਸ ਲਈ ਵੀ ਅੰਤਰ ਆਤਮੇ ਹੀ ਅਨੁਭਵੀ ਤਤ ਗਿਆਨ ਗੁੱਝੇ ਰੂਪ ਵਿੱਚ ਬਖਸ਼ ਦਿੱਤਾ ਹੈ। ਸਾਡੀ ਆਤਮਾ ਦਾ ਵਿਕਾਸ ਸਾਡੇ ਅੰਤਰ ਆਤਮੇ ਅਨੁਭਵੀ ਤਤ ਗਿਆਨ ਦੇ ਰੂਪ ਵਿੱਚ ਸਤਿਗੁਰਾਂ ਨੇ ਸਾਨੂੰ ਬਖਸ਼ ਦਿੱਤਾ, ਜਿਸ ਨੂੰ ਅਸੀਂ ਅਗਿਆਨਤਾ ਵਿੱਚ ਬੌਧਿਕ ਗਿਆਨ ਨਾਲ ਬਾਹਰੋਂ ਲੱਭਦੇ ਫਿਰਦੇ ਹਾਂ, ਕਿਤਾਬਾਂ ਤੇ ਕਿਤਾਬਾਂ ਪੜ੍ਹੀ ਜਾਂਦੇ ਹਾਂ, ਕਿੱਥੋਂ ਕੋਈ ਗਿਆਨ ਪ੍ਰਾਪਤ ਹੋ ਜਾਵੇ। ਪਰ ਅਸਲੀ ਜਿਹੜਾ ਆਤਮਾ ਦਾ ਵਿਕਾਸ ਦਾ ਅਧਿਆਤਮਿਕ ਗਿਆਨ ਹੈ ਉਹ ਤਾਂ ਅਨੁਭਵੀ ਤਤ ਗਿਆਨ ਦੇ ਰੂਪ ਵਿੱਚ ਸਾਡੀ ਅੰਤਰ ਆਤਮਾ ਵਿੱਚ ਮੌਜੂਦ ਹੈ। ਗੁਰਬਾਣੀ ਇਸ ਗੱਲ ਦੀ ਗਵਾਹੀ ਭਰਦੀ ਹੈ, ਸਭ ਕੁਛ ਘਰ ਮੈਂ ਬਾਹਰ ਨਾਹੀਂ, ਬਾਹਰ ਟੋਲੇ ਸੋ ਭਰਮ ਭੁਲਾਹੀ। ਸਮੁੰਦ ਵਿਰੋਲ ਸ਼ਰੀਰ ਹਮ ਦੇਖਿਆ, ਇੱਕ ਵਸਤ ਅਨੂਪ ਦਿਖਾਈ, ਗੁਰ ਗੋਬਿੰਦ ਗੋਬਿੰਦ ਗੁਰੂ ਹੈ, ਨਾਨਕ ਭੇਦ ਨਾ ਪਾਈ। ਇਹ ਆਤਮ ਪ੍ਰਕਾਸ਼ ਮਈ ਤਤ ਗਿਆਨ ਜਾਂ ਆਤਮਿਕ ਧਰਮ ਦਾ ਪ੍ਰਕਾਸ਼ ਇਹ ਧੁਰ ਅੰਦਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਅਨੁਭਵ ਕੀਤਾ, ਬੁਝਿਆ, ਸੀਜਿਆ, ਪਹਿਚਾਣਿਆ, ਪ੍ਰਗਟਾਇਆ ਜਾ ਸਕਦਾ ਹੈ। ਤਰੀਕਾ ਕੀ ਹੈ ਉਸ ਅਨੁਭਵੀ ਤਤ ਗਿਆਨ ਤੱਕ ਪਹੁੰਚਣ ਲਈ? ਕਿਉਂਕਿ ਵਿਕਾਸ ਦਾ ਸਾਧਨ ਇੱਕੋ ਹੀ ਹੈ। ਜਦੋਂ ਉਸ ਨੂੰ ਬੁੱਝਾਂਗੇ, ਉਸ ਅਨੁਸਾਰ ਜੀਵਨ ਢਾਲਾਂਗੇ, ਸਿੱਧਾ ਪਰਮਾਤਮਾ ਦੇ ਚਰਨਾਂ 'ਚ। ਪਰ ਉਸ ਤੱਕ ਪਹੁੰਚਣ ਦਾ ਤਰੀਕਾ ਕੀ ਹੈ ਕਿ ਧੁਰ ਅੰਦਰ ਬਿਰਤੀਆਂ ਨੂੰ ਸ਼ਬਦ ਸੁਰਤ ਵਿੱਚ ਲਾ ਕੇ ਅਟੁੱਟ ਸਿਮਰਨ ਦੁਆਰਾ ਹੀ ਉਸ ਨੂੰ ਅਨੁਭਵ ਕੀਤਾ ਜਾ ਸਕਦਾ ਹੈ। ਇਹ ਬਾਹਰਮੁਖੀ ਕਰਮ ਕਿਰਿਆ ਹੀ ਨਹੀਂ ਹੈ। ਜਿਉਂ-ਜਿਉਂ ਮਨ ਦੇ ਫੁਰਨਿਆਂ ਨੂੰ ਇੱਕ ਪਾਸੇ ਕਰਕੇ ਅੰਦਰਲੀ ਇਕਾਂਤ ਵਿੱਚ ਸਿਮਰਨ ਕਰਦਿਆਂ ਹੋਰ ਅੰਦਰ ਗਹਿਰਾ ਧੁਰ ਅੰਦਰ ਬਿਰਤੀਆਂ ਨੂੰ ਕਰਦੇ ਹਾਂ ਤੇ ਸੁਰਤ ਸ਼ਬਦ ਵਿੱਚ ਲਾ ਕੇ ਅਟੁੱਟ ਰਾਤ ਦਿਨ ਸਵਾਸ ਸਿਮਰਨ ਕਰਦੇ ਹਾਂ, ਤਾਂ ਜਾ ਕੇ ਉਹ ਅਨੁਭਵ ਹੁੰਦਾ ਹੈ।
ਅਕਾਲ ਪੁਰਖ ਨੂੰ ਪਤਾ ਸੀ ਕਿ ਜੀਵ ਹਉਮੈ ਦੇ ਭਰਮ ਭੁਲਾਵੇ ਵਿੱਚ ਮਾਇਆ ਦੇ ਚਿਲਕਵੇਂ ਚਮਤਕਾਰਾਂ ਵਿੱਚ ਫਸ ਸਕਦਾ ਹੈ ਤੇ ਕਰਮਬੱਧ ਹੋ ਕੇ ਆਵਾਗਮਨ ਦੇ ਚੱਕਰ ਵਿੱਚ ਪੈ ਕੇ ਮੋਹ ਮਾਇਆ ਵਿੱਚ ਗਲਤਾਨ ਹੋ ਕੇ ਆਪਣੀ ਇਲਾਹੀ ਮਾਤਾ ਪਿਤਾ ਨੂੰ ਭੁੱਲ ਸਕਦਾ ਹੈ। ਇਸੇ ਕਰਕੇ ਜੀਵਾਂ ਨੂੰ ਮੋਹ ਮਾਇਆ ਦੇ ਭਰਮ ਭੁਲਾਵੇ ਵਿੱਚੋਂ ਕੱਢਣ ਲਈ ਅਕਾਲ ਪੁਰਖ ਨੇ ਆਦ ਤੋਂ ਹੀ ਗੁਰੂ, ਅਵਤਾਰ, ਪੈਗੰਬਰ ਦੁਨੀਆ ਵਿੱਚ ਪਠਾਏ। ਇਹਨਾਂ ਗੁਰੂਆਂ ਅਵਤਾਰਾਂ ਨੇ ਆਪੋ ਆਪਣੇ ਸਮੇਂ ਦੀ ਲੋੜ ਅਨੁਸਾਰ ਭਿੰਨ-ਭਿੰਨ ਧਰਮ ਰਚ ਕੇ ਜੀਵ ਨੂੰ ਆਤਮਿਕ ਜੀਵਨ ਦੀ ਸੇਧ ਦਿੱਤੀ ਤੇ ਨਾਲ ਹੀ ਆਪੋ ਆਪਣੀਆਂ ਭਾਸ਼ਾਵਾਂ ਵਿੱਚ ਬਾਣੀਆਂ ਰਚ ਕੇ ਸਦੀਵ ਲਈ ਛੱਡ ਗਏ ਤਾਂ ਕਿ ਜੀਵ ਇਹਨਾਂ ਤੋਂ ਆਤਮਿਕ ਜੀਵਨ ਲਈ ਹਮੇਸ਼ਾ ਪ੍ਰੇਰਨਾ ਤੇ ਸੇਧ ਲੈ ਸਕਣ। ਇਹਨਾਂ ਗੁਰੂਆਂ ਅਵਤਾਰਾਂ ਦੇ ਜੋਤੀ ਜੋਤ ਸਮਾਉਣ ਤੋਂ ਮਗਰੋਂ ਸਮਾਂ ਪਾ ਕੇ ਸਹਿਜੇ ਸਹਿਜੇ ਮਾਇਆ ਦੇ ਭਰਮ ਭੁਲਾਵੇ ਦੇ ਅਸਰ ਹੇਠ ਜਨਤਾ ਮੁੜ ਮੋਹ ਮਾਇਆ ਵਿੱਚ ਗਲਤਾਨ ਹੁੰਦੀ ਗਈ ਤੇ ਆਪਣੇ ਕਰਤੇ ਨੂੰ ਭੁੱਲਦੀ ਗਈ। ਇਸ ਤਰ੍ਹਾਂ ਜੀਵ ਆਪਣੀ ਇਲਾਹੀ ਮਾਤਾ ਪਿਤਾ ਦੀ ਨਿੱਘੀ ਗੋਦ ਦੀ ਸੁਖਦਾਈ ਛਤਰ ਛਾਇਆ ਤੋਂ ਵਾਂਝੇ ਆਉਂਦੇ ਗਏ। ਦਾਤ ਪਿਆਰੀ ਵਿਸਰਿਆ ਦਾਤਾਰਾ, ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਬਿਸਾਰੇ, ਕਿੰਚਤ ਪ੍ਰੀਤ ਨਾ ਉਪਜੈ ਜਨ ਕੋ ਜਨ ਕਹਾਂ ਕਰੇ ਬੇਚਾਰੇ। ਇਸ ਵੇਲੇ ਵੀ ਖਲਕਤ ਦੀ ਮਾਨਸਿਕ ਹਾਲਤ ਇਸੇ ਤਰ੍ਹਾਂ ਦੀ ਹੈ। ਹਉਮੈ ਦੇ ਭਰਮ ਭੁਲਾਵੇ ਵਿੱਚ ਜੀਵ ਕੁਦਰਤੀ ਤੌਰ ਤੇ ਖੁਦਗਰਜ਼ ਜਾਂ ਸਵਾਰਥੀ ਹੈ ਤੇ ਮਾਇਕੀ ਸਵਾਰਥ ਦੀ ਸੌਖੀ ਤੇ ਤਤਕਾਲ ਪੂਰਤੀ ਲਈ ਇਨਸਾਨ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਾ ਰਹਿੰਦਾ ਹੈ ਤਾਂ ਕਿ ਕਰਾਮਾਤਾਂ ਰਿੱਧੀਆਂ ਸਿੱਧੀਆਂ ਦੁਆਰਾ ਆਪਣੇ ਦੁੱਖ ਕਲੇਸ਼ ਸ਼ੀਘਰ ਦੂਰ ਕਰ ਸਕੇ ਜਾਂ ਆਪਣੇ ਮਾਇਕੀ ਸਵਾਰਥ ਪੂਰੇ ਕਰ ਸਕੇ। ਧਿਆਨ ਦੇਣਾ ਜੀ, ਕਿਉਂਕਿ ਇਨਸਾਨ ਹਉਮੈ ਦੇ ਅਧੀਨ ਹੈ। ਹਉਮੈ ਹੋਣ ਕਰਕੇ ਇਹ ਖੁਦਗਰਜ਼ ਵੀ ਹੈ ਤੇ ਸਵਾਰਥੀ ਵੀ ਹੈ। ਸੋ ਭੀੜ ਤਾਂ ਉੱਥੇ ਲੱਗੀ ਰਹਿੰਦੀ ਹੈ ਜਿੱਥੇ ਕਰਾਮਾਤਾਂ ਰਿੱਧੀਆਂ ਸਿੱਧੀਆਂ ਹਨ। ਨਿਰੋਲ ਤੱਤ ਵਾਲੇ ਪਾਸੇ ਕੌਣ ਜਾਂਦਾ? ਇੱਕ ਦਿਨ ਵੀ ਕੋਈ ਨਹੀਂ ਟਿਕਦਾ, 2-4 ਦਿਨ ਟਿਕ ਕੇ ਦੌੜ ਗਏ। ਸੋ ਜੀਵ ਕਿਸੇ ਅਣਡਿੱਠੀ ਸ਼ਕਤੀ ਦੀ ਭਾਲ ਵਿੱਚ ਲੱਗਿਆ ਰਹਿੰਦਾ ਹੈ ਕਿ ਕੋਈ ਐਸੀ ਕਰਾਮਾਤ ਹੋ ਜਾਏ ਕਿ ਨੋਟਾਂ ਦੇ ਅੰਬਾਰ ਭਰ ਜਾਣ ਜਾਂ ਮੇਰੇ ਸਵਾਰਥ ਦੀ ਪੂਰਤੀ ਹੋ ਜਾਏ ਛੇਤੀ। ਡਿਮਾਂਡ ਐਂਡ ਸਪਲਾਈ ਦੇ ਅਸੂਲ ਅਨੁਸਾਰ ਇਨਸਾਨ ਦੀਆਂ ਮਾਇਕੀ ਗਰਜ਼ਾਂ ਦੀ ਪੂਰਤੀ ਲਈ ਅਨੇਕਾਂ ਅਖੌਤੀ ਸਾਧ ਸੰਤ ਫਕੀਰ ਔਲੀਏ ਪ੍ਰਗਟ ਹੋ ਜਾਂਦੇ ਹਨ। ਉਹ ਬੜੇ ਚਲਾਕ ਹੁੰਦੇ ਹਨ ਅਖੌਤੀ ਸਾਧ ਸੰਤ। ਦੇਖਦੇ ਹਨ ਜਨਤਾ ਗਰਜ਼ਮੰਦ ਹੈ, ਜਿਸ ਨੂੰ ਧਨ ਦੀ ਲੋੜ ਹੈ ਪਛਾਣ ਜਾਂਦੇ ਹਨ, ਜਿਸ ਨੂੰ ਪੁੱਤਰ ਦੀ ਲੋੜ ਹੈ ਉਸ ਨੂੰ ਪਛਾਣ ਜਾਂਦੇ ਹਨ, ਆਪਣੀਆਂ ਦੁਕਾਨਾਂ ਖੋਲ ਲੈਂਦੇ ਹਨ। ਇਸ ਮਾਇਕੀ ਸੌਦੇਬਾਜ਼ੀ ਨੂੰ ਹੀ ਅਸੀਂ ਧਰਮ ਜਾਂ ਪਰਮਾਰਥ ਸਮਝੀ ਬੈਠੇ ਹਾਂ। ਆਪਣੀ ਗਰਜ਼ ਲਈ ਉਹਨਾਂ ਕੋਲ ਜਾਂਦੇ ਹਾਂ ਤੇ ਸਮਝਦੇ ਹਾਂ ਪਰਮਾਰਥ ਹੈ। ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ। ਚਲੋ ਹੋਰ ਜੇ ਇਸ ਪਾਸੇ ਰੁੜੇ ਜਾ ਰਹੇ ਹਨ, ਸਵਾਰਥ ਲਈ ਪਰਮਾਰਥ ਨੂੰ ਪੂਜਦੇ ਹਨ, ਉਹ ਤਾਂ ਉਹਨਾਂ ਕੋਲ ਇੰਨੀ ਉੱਚੀ ਸੁੱਚੀ ਬਾਣੀ ਨਹੀਂ। ਪਰ ਇਹ ਜਿਹੜੀ ਬਿਮਾਰੀ ਹੈ ਸਵਾਰਥ ਲਈ ਧਰਮ ਅਸਥਾਨਾਂ ਜਾਂ ਅਖੌਤੀ ਸਾਧਾਂ ਸੰਤਾਂ ਕੋਲ ਜਾਣਾ, ਇਹ ਧਾਰਮਿਕ ਬਿਮਾਰੀ ਸਿੱਖ ਜਗਤ ਵਿੱਚ ਵੀ ਪ੍ਰਚਲਿਤ ਹੈ। ਜਦ ਕਿ ਗੁਰਬਾਣੀ ਸਾਨੂੰ ਇਸ ਸੌਦੇਬਾਜ਼ੀ ਦੇ ਐਨ ਉਲਟ ਨਿਰੋਲ ਉਚੇਰੀ ਸੁਚੇਰੀ ਆਤਮਿਕ ਜੀਵਨ ਸੇਧ ਦੇ ਰਹੀ ਹੈ ਤੇ ਅੰਤਰੀਵ ਆਤਮਿਕ ਤਤ ਗਿਆਨ ਵਾਲੇ ਅਨੁਭਵੀ ਆਤਮਿਕ ਮੰਡਲ ਦਾ ਉਪਦੇਸ਼ ਦਿੰਦੀ ਹੈ। ਗੁਰਬਾਣੀ ਵਿੱਚ ਹੈ ਕਿ ਨਿਰੋਲ ਆਤਮਿਕ ਮੰਡਲ ਦਾ ਗਿਆਨ। ਇੱਥੇ ਹੀ ਬਸ ਨਹੀਂ, ਇਸ ਉੱਚੀ ਸੁੱਚੀ ਇਲਾਹੀ ਗੁਰਬਾਣੀ ਨੂੰ ਵੀ ਆਪਣੇ ਨਿੱਜੀ ਮਾਇਕੀ ਸਵਾਰਥ ਲਈ ਵਰਤ ਕੇ ਇਸ ਰੱਬੀ ਆਤਮਿਕ ਦਾਤ ਦਾ ਨਿਰਾਦਰ ਕਰ ਰਹੇ ਹਾਂ। ਧਿਆਨ ਦੇਣਾ ਜੀ, ਹੋਰ ਤਾਂ ਹੋਰ ਅਖੌਤੀ ਸਾਧ ਸੰਤਾਂ ਇੱਕ ਪਾਸੇ ਇਸ ਗੁਰਬਾਣੀ ਨੂੰ ਵੀ ਆਪਣੇ ਨਿੱਜੀ ਸਵਾਰਥ ਲਈ ਵਰਤਦੇ ਹਾਂ ਤੇ ਇਸ ਆਤਮਿਕ ਦਾਤ ਦਾ ਨਿਰਾਦਰ ਕਰ ਰਹੇ ਹਾਂ। ਜੋ ਜੈਸੀ ਸੰਗਤ ਮਿਲੈ ਸੋ ਤੈਸੋ ਫਲ ਖਾਏ ਦੇ ਅਟਲ ਅਸੂਲ ਅਨੁਸਾਰ ਸਾਡੇ ਮਨ ਚੰਗੀ ਮਾੜੀ ਸੰਗਤ ਦਾ ਅਸਰ ਲੈਂਦੇ ਤੇ ਦਿੰਦੇ ਰਹਿੰਦੇ ਹਨ। ਜਦ ਠੋਸ ਤੇ ਜੜ ਚੀਜ਼ਾਂ ਵੀ ਬਾਹਰਲੇ ਅਸਰ ਦੁਆਰਾ ਤਾਤਾ ਸੀਰਾ ਹੋ ਸਕਦੀਆਂ ਹਨ ਤਾਂ ਸਾਡੇ ਸੂਖਮ ਮਨ ਇੱਕ ਦੂਜੇ ਦੀ ਸੰਗਤ ਦੇ ਅਸਰ ਤੋਂ ਕਿਸ ਤਰ੍ਹਾਂ ਬਚ ਸਕਦੇ ਹਨ? ਕਿਉਂਕਿ ਸਾਰਾ ਦਿਨ ਅਸੀਂ ਸੰਗਤ ਖੁਦਗਰਜ਼ੀ ਵਾਲਿਆਂ ਦੀ ਕਰਦੇ ਹਾਂ, ਸਵਾਰਥ ਵਾਲਿਆਂ ਦੀ ਕਰਦੇ ਹਾਂ। ਉਹਨਾਂ ਦੀ ਸੰਗਤ ਵਿੱਚ ਸਾਡਾ ਮਨ ਵੀ ਸਵਾਰਥੀ ਹੋ ਜਾਂਦਾ ਹੈ। ਦੂਜੇ ਸ਼ਬਦਾਂ ਵਿੱਚ ਸੰਗਤ ਜਾਂ ਇੱਕ ਦੂਜੇ ਨਾਲ ਮੇਲ ਮਿਲਾਪ ਹੀ ਇੱਕ ਦੂਜੇ ਤੇ ਅਸਰ ਪਾਉਣ ਜਾਂ ਪ੍ਰਚਾਰ ਦਾ ਸੌਖਾ ਤੇ ਯਕੀਨੀ ਸਾਧਨ ਹੈ। ਇਸੇ ਲਈ ਗੁਰਬਾਣੀ ਵਿੱਚ ਸਾਧ ਸੰਗਤ ਦੀ ਤਾਕੀਦੀ ਪ੍ਰੇਰਨਾ ਕੀਤੀ ਗਈ ਹੈ। ਸੰਗਤ ਉਹਨਾਂ ਦੀ ਜਿਹੜੇ ਨਿਰੋਲ ਆਤਮਿਕ ਤੱਤ ਵਿੱਚ ਵਿਚਰਦੇ ਹਨ, ਉਹਨਾਂ ਦੀ ਸੰਗਤ ਵਿੱਚ ਸਾਨੂੰ ਵੀ ਭੁੱਖ ਲੱਗੇਗੀ ਆਤਮਿਕ ਮੰਡਲ ਦੀ, ਅੰਤਰਮੁਖੀ ਹੋਣ ਦੀ ਜਾਚ ਆਵੇਗੀ। ਕਰ ਸਾਧ ਸੰਗਤ ਸਿਮਰ ਮਾਧੋ ਹੋਏ ਪਤਤ ਪੁਨੀਤ, ਮਿਲ ਸਾਧ ਸੰਗਤ ਭਜ ਕੇਵਲ ਨਾਮ।
ਸਈ ਪਿਆਰੇ ਮੇਲ ਜਿਨਾ ਮਿਲਿਆ तेरा नाम चित्या। ओए साजन ओए मीत प्यारे जो हमको हर नाम चितारे। कोई आवे संतो हर का जन संतो, मेरा प्रीतम जन संतो मोए मार्ग दिखलावे। जिस तरह विद्यक प्रणाली विच कई श्रेणियां ਹਨ ਤੇ ਇਹਨਾਂ ਦੇ ਅਧਿਆਪਕਾਂ ਦੀਆਂ ਯੋਗਤਾਵਾਂ ਵੀ ਅੱਡ-ਅੱਡ ਹੁੰਦੀਆਂ ਹਨ ਤੇ ਵਿਦਿਆਰਥੀਆਂ ਦੀਆਂ ਦਿਮਾਗੀ ਯੋਗਤਾਵਾਂ ਅਨੁਸਾਰ ਅੱਡ-ਅੱਡ ਕਲਾਸਾਂ ਵਿੱਚ ਪੜ੍ਹਾਈ ਹੁੰਦੀ ਹੈ। ਇਸੇ ਤਰ੍ਹਾਂ ਧਾਰਮਿਕ ਪ੍ਰਚਾਰ ਵੀ ਜਗਿਆਸੂਆਂ ਦੀ ਮਾਨਸਿਕ ਗ੍ਰਹਿਣ ਸ਼ਕਤੀ ਤੇ ਧਾਰਮਿਕ ਰੁਚੀ ਤੇ ਪ੍ਰਚਾਰਕ ਦੀਆਂ ਯੋਗਤਾਵਾਂ ਤੇ ਆਧਾਰਿਤ ਹੈ। ਪਰ ਯਾਦ ਰੱਖਣ ਵਾਲਾ ਜ਼ਰੂਰੀ ਨੁਕਤਾ ਇਹ ਹੈ ਕਿ ਇਹ ਭਿੰਨ-ਭਿੰਨ ਧਰਮਾਂ ਦੇ ਪ੍ਰਚਾਰ ਦੀ ਪ੍ਰਣਾਲੀ ਸਿਰਫ ਬੁੱਧੀ ਮੰਡਲ ਤਾਈਂ ਸੀਮਤ ਹੈ। ਤ੍ਰੈਗੁਣੀ ਮਾਇਕੀ ਮੰਡਲ ਅੰਦਰ ਧਾਰਮਿਕ ਪ੍ਰਚਾਰ ਇਹ ਦਿਮਾਗੀ ਗਿਆਨੀ ਜਾਂ ਵਿਦਵਾਨ ਕਰ ਸਕਦੇ ਹਨ, ਪਰ ਚੌਥੇ ਪਦ ਦੇ ਆਤਮਿਕ ਮੰਡਲ ਵਿੱਚ ਇਹਨਾਂ ਦੇ ਦਿਮਾਗੀ ਗਿਆਨ ਦੀ ਪਹੁੰਚ ਨਹੀਂ। ਇਸ ਲਈ ਜਦ ਗੁਰਬਾਣੀ ਵਿੱਚ ਆਤਮਿਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਅਸੀਂ ਉਹਨਾਂ ਦਾ ਓਪਰਾ ਜਾਂ ਦਿਮਾਗੀ ਗਿਆਨ ਦੁਆਰਾ ਟਾਲ ਮਟੋਲਾ ਹੀ ਕਰ ਛੱਡਦੇ ਹਾਂ, ਕਿਉਂਕਿ ਅਨੁਭਵ ਨਹੀਂ ਆਤਮਿਕ ਮੰਡਲ ਕਿਹੋ ਜਿਹਾ ਹੈ, ਕਿਸ ਤਰ੍ਹਾਂ ਉਸ ਦੀ ਵਿਆਖਿਆ ਹੋਵੇ ਜਿਸ ਨੇ ਉਸ ਨੂੰ ਹਾਲੇ ਤੱਕ ਦੇਖਿਆ ਹੀ ਨਹੀਂ। ਸੋ ਜਦ ਇਹੋ ਜਿਹੇ ਆਤਮਿਕ ਮੰਡਲ ਦੇ ਸ਼ਬਦ ਆਉਂਦੇ ਹਨ ਤਾਂ ਦਿਮਾਗੀ ਗਿਆਨ ਦੁਆਰਾ ਅਸੀਂ ਉਸ ਦਾ ਟਾਲ ਮਟੋਲਾ ਕਰ ਛੱਡਦੇ ਹਾਂ। ਆਤਮਿਕ ਮੰਡਲ ਦੇ ਤਤ ਗਿਆਨ ਦੀ ਵਿਆਖਿਆ ਇਹ ਤਾਂ ਸਿਰਫ ਵਿਵੇਕ ਬੁੱਧੀ ਵਾਲੇ ਤਤ ਜੋਗ ਕੇ ਬੇਤੇ ਬਖਸ਼ੇ ਹੋਏ ਵਿਰਲੇ ਅਨੁਭਵੀ ਗੁਰਮੁਖ ਜਾਨੀ ਕਰ ਸਕਦੇ ਹਨ। ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਪੁਰਖ ਕੀ ਨਿਜ ਕਰ ਵਾਸਾ ਹੋਏ। ਸੋ ਅਨੇਕਾਂ ਧਰਮਾਂ ਦੇ ਅੱਡ-ਅੱਡ ਨਿਸ਼ਚਿਆਂ ਤੇ ਆਧਾਰਿਤ ਇਹ ਬਾਰਮੁਖੀ ਕਰਮ ਕਿਰਿਆ ਰਵਾਇਤਾਂ ਮਰਿਆਦਾ ਵਿੱਚ ਫਰਕ ਵਿਤਕਰਾ ਹੋਣਾ ਲਾਜ਼ਮੀ ਹੈ, ਜਿਸ ਤੋਂ ਵਾਦ ਵਿਵਾਦ ਲੜਾਈਆਂ ਝਗੜੇ ਈਰਖਾ ਦਵੈਤ ਉਪਜਦੇ ਹਨ ਤੇ ਧਾਰਮਿਕ ਮਤਾਂ ਵਿੱਚ ਮਤਭੇਦ ਕਾਰਨ ਕਈ ਹੋਰ ਨਵੇਂ ਫਿਰਕੇ ਬਣ ਜਾਂਦੇ ਹਨ। ਇਹ ਗੁਰਬਾਣੀ ਵਿੱਚ ਦਰਸਾਏ ਸਗਲ ਸੰਗ ਅਮਕੋ ਬਣਾਈ ਦੇ ਆਸ਼ੇ ਦੇ ਐਨ ਉਲਟ ਹੈ। ਸੋ ਗੁਰੂਆਂ ਅਵਤਾਰਾਂ ਦੀਆਂ ਬਾਣੀਆਂ ਵਿੱਚ ਦਰਸਾਏ ਉਸ ਸਾਂਝੇ ਅੰਤਰਮੁਖੀ ਆਤਮਿਕ ਨੁਕਤੇ ਭੇਦ ਜਾਂ ਤਤ ਦੇ ਆਤਮਿਕ ਗਿਆਨ ਤੋਂ ਅਸੀਂ ਬੇਖਬਰ, ਅਣਜਾਣ ਜਾਂ ਅਵੇਸਲੇ ਹੋ ਗਏ ਹਾਂ ਜਾਂ ਜਾਣਬੁੱਝ ਕੇ ਮਚਲੇ ਹੋਏ ਬੈਠੇ ਹਾਂ। ਕਿਤਨੀ ਪੁਕਾਰ ਕੇ ਲਿਖਤਾਂ ਵਿੱਚ ਗੁਰਬਾਣੀ ਵਿੱਚ ਅਸੀਂ ਰੋਜ਼ ਸੁਣਦੇ ਹਾਂ ਉਸ ਸਾਂਝੇ ਅੰਤਰਮੁਖੀ ਆਤਮਿਕ ਨੁਕਤੇ ਦੀ ਬਾਬਤ, ਉਸ ਦੇ ਭੇਦ ਦੇ ਬਾਬਤ, ਪਰ ਚਿਰਾਂ ਤੋਂ ਸੁਣਦੇ ਹੋਏ ਵੀ ਉਸ ਤੋਂ ਅਸੀਂ ਅਵੇਸਲੇ ਹਾਂ ਜਾਂ ਮਚਲੇ ਹੋਏ ਬੈਠੇ ਹਾਂ। ਪਤਾ ਹੈ ਪਰ ਢੀਠ ਹੋ ਕੇ ਮਚਲੇ ਹੋਏ ਬੈਠੇ ਹਾਂ। ਸੋ ਪਿਛਲੇ ਜਨਮਾਂ ਦੀ ਧਾਰਮਿਕ ਕਮਾਈ ਦਾ ਸਦਕਾ ਕੋਈ ਟਾਵੀਆਂ ਰੂਹਾਂ ਉਹਨਾਂ ਦੀ ਬਾਰਮੁਖੀ ਤ੍ਰੈਗੁਣੀ ਮੰਡਲ ਦੇ ਧਰਮ ਦੇ ਕਰਮ ਕਿਰਿਆ ਨਾਲ ਸੰਤੁਸ਼ਟਤਾ ਨਹੀਂ ਹੁੰਦੀ। ਉਹਨਾਂ ਦੇ ਹਿਰਦੇ ਦੇ ਧੁਰ ਕੰਦਰਾਂ ਵਿੱਚ ਕਿਸੇ ਉਚੇਰੇ ਆਤਮਿਕ ਮੰਡਲ ਦੇ ਅੰਤਰਮੁਖੀ ਸੂਖਮ ਅਨੁਭਵੀ ਧਰਮ ਦੀ ਸੂਖਮ ਕਾਂਖੀ ਜਾਂ ਭੁੱਖ ਅਣਜਾਣੇ ਹੀ ਲੱਗੀ ਰਹਿੰਦੀ ਹੈ। ਇਹ ਸੂਖਮ ਆਤਮਿਕ ਕਾਂਖੀ ਜਾਂ ਗੁੱਜੀ ਤੁਖੀ ਜੀਵ ਦੇ ਅੰਤਰਾਤਮੇ ਕੁਦਰਤੀ ਤੌਰ ਤੇ ਆਪਣੇ ਸੋਮੇ ਅਕਾਲ ਪੁਰਖ ਵੱਲ ਅਣਜਾਣੇ ਹੀ ਖਿੱਚ ਬਣੀ ਰਹਿੰਦੀ ਹੈ। ਭਾਵੇਂ ਇਹ ਸੂਖਮ ਆਤਮਿਕ ਖਿੱਚ ਮਾਇਆ ਦੇ ਕਾਲੇ ਬੋਲੇ ਬਦਲਾਂ ਹੇਠ ਮੱਧਮ ਪੈ ਜਾਂਦੀ ਹੈ, ਪਰ ਫਿਰ ਵੀ ਕਿਸੇ ਨਾ ਕਿਸੇ ਸ਼ਕਲ ਵਿੱਚ ਇਹ ਗੁੱਜੀ ਸੂਖਮ ਭੁੱਖ ਜੀਵ ਨੂੰ ਅਣਜਾਣੇ ਹੀ ਆਤਮਿਕ ਮੰਡਲ ਦੇ ਇਲਾਹੀ ਧਰਮ ਦੇ ਪ੍ਰਕਾਸ਼ ਸ਼ਬਦ ਨਾਮ ਵੱਲ ਉਕਸਾਉਂਦੀ, ਪ੍ਰੇਰਦੀ ਤੇ ਖੋਜ ਕਰਾਉਂਦੀ ਰਹਿੰਦੀ ਹੈ। ਐਸੇ ਉੱਤਮ ਜਗਿਆਸੂਆਂ ਦੀ ਸੱਚੀ ਸੁੱਚੀ ਆਤਮਿਕ ਲਗਨ ਦਾ ਸਦਕਾ ਸਤਿਗੁਰ ਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਤੇ ਉਸ ਨੂੰ ਸਤਿਗੁਰੂ ਕਿਸੇ ਗੁਰਮੁਖ ਪਿਆਰੇ ਇਲਾਹੀ ਜੀਵਨ ਵਾਲੇ ਤਤ ਜੋਗ ਕੇ ਬੇਤੇ ਮਹਾਪੁਰਖ ਨਾਲ ਮੇਲ ਕਰਾ ਦਿੰਦਾ ਹੈ। ਧਿਆਨ ਦੇਣਾ ਜੀ, ਉਹ ਕੁਝ ਟਾਵੀਆਂ ਰੂਹਾਂ ਜਿਨ੍ਹਾਂ ਦੀ ਬਾਰਮੁਖੀ ਕਰਮ ਕਾਂਡਾਂ ਨਾਲ ਸੰਤੁਸ਼ਟਤਾ ਨਹੀਂ ਹੁੰਦੀ, ਉਹਨਾਂ ਦੇ ਧੁਰ ਅੰਤਰਾਤਮੇ ਕੋਈ ਤੁਖੀ ਲੱਗੀ ਰਹਿੰਦੀ ਹੈ ਕਿ ਇੰਨੀ ਅਮੋਲਕ ਦਾਤ ਨਾਮ ਗੁਰਬਾਣੀ ਵਿੱਚ ਦਰਸਿਆ ਹੋਇਆ ਹੈ ਕਿ ਰੱਬ ਕਿਹੋ ਜਿਹਾ ਹੈ। ਇਹੋ ਜੀ ਤੁਖੀ ਕਈ ਵਾਰੀ ਭਰਮ ਦੇ ਬਦਲ, ਮਾਇਆ ਦੇ ਬਦਲ ਇਤਨੇ ਛਾ ਜਾਂਦੇ ਹਨ ਕਿ ਲੱਗਦਾ ਹੁਣ ਗਈ ਏ, ਪਰ ਫਿਰ ਵੀ ਉਹ ਤੁਖੀ ਇਤਨੀ ਜ਼ਬਰਦਸਤ ਪ੍ਰਬਲ ਹੈ ਕਿ ਕਿਸੇ ਨਾ ਕਿਸੇ ਰੂਪ ਵਿੱਚ ਉਹ ਇਸ ਦੀ ਖੋਜ ਕਰਾਉਂਦੀ ਰਹਿੰਦੀ ਹੈ। ਤੇ ਐਸੇ ਉੱਤਮ ਜਗਿਆਸੂਆਂ ਦੀ ਲਗਨ ਦਾ ਸਦਕਾ ਸੱਚੀ ਸੁੱਚੀ ਆਤਮਿਕ ਭਾਵਨਾ ਹੁੰਦੀ ਉਹਨਾਂ ਦੇ ਅੰਦਰ ਤੇ ਸਤਿਗੁਰੂ ਫਿਰ ਉਹਨਾਂ ਤੇ ਕਿਰਪਾ ਕਰਦੇ ਹਨ, ਉਹਨਾਂ ਨੂੰ ਕਿਸੇ ਮਹਾਪੁਰਖ ਦੀ ਸੰਗਤ ਜਾਂ ਮੇਲ ਬਖਸ਼ ਦਿੰਦੇ ਹਨ। ਕਿਹਨਾਂ ਨੂੰ? ਜਿਨ੍ਹਾਂ ਦੀ ਬਾਰਮੁਖੀ ਕਰਮ ਕਾਂਡਾਂ ਨਾਲ ਤਸੱਲੀ ਨਹੀਂ ਹੁੰਦੀ। ਤੇ ਫਿਰ ਉਹਨਾਂ ਮਹਾਪੁਰਖਾਂ ਦੀ ਸੰਗਤ ਦੁਆਰਾ ਉਹਨਾਂ ਜਗਿਆਸੂਆਂ ਨੂੰ ਫਿਰ ਅੰਤਰਮੁਖੀ ਅਨੁਭਵੀ ਗਿਆਨ ਦੀ ਦਾਤ ਬਖਸ਼ਿਸ਼ ਹੁੰਦੀ ਹੈ।
ਇਸ ਤਰ੍ਹਾਂ ਇਹਨਾਂ ਉੱਤਮ ਜਗਿਆਸੂਆਂ ਦਾ ਜੀਵਨ ਬਦਲ ਕੇ ਆਤਮ ਪਰਾਇਣ ਹੋ ਜਾਂਦਾ ਹੈ ਤੇ ਐਸੇ ਬਖਸ਼ੇ ਹੋਏ ਗੁਰਮੁਖ ਪਿਆਰੇ ਅਗਾਂਹ ਹੋਰ ਉੱਤਮ ਜਗਿਆਸੂਆਂ ਨੂੰ ਗੁਰੂ ਦੀ ਬਖਸ਼ਿਸ਼ ਦੁਆਰਾ ਅਗਵਾਈ ਤੇ ਸਹਾਇਤਾ ਕਰਦੇ ਹਨ। ਧਿਆਨ ਦੇਣਾ ਜੀ, ਉਹ ਤੁਖੀ ਵਾਲੇ ਆਤਮਿਕ ਭਾਵਨਾ ਵਾਲੇ ਜਗਿਆਸੂ ਨੂੰ ਸਤਿਗੁਰੂ ਕਿਰਪਾ ਕਰਕੇ ਜਦੋਂ ਮਹਾਪੁਰਖ ਦਾ ਮੇਲ ਬਖਸ਼ਦੇ ਹਨ, ਉਹਨਾਂ ਮਹਾਪੁਰਖਾਂ ਦੀ ਸੰਗਤ ਦੁਆਰਾ ਫਿਰ ਉਹਨਾਂ ਜਗਿਆਸੂਆਂ ਨੂੰ ਉਸ ਅੰਤਰਮੁਖੀ ਆਤਮਿਕ ਦਾਤ ਦੀ ਪ੍ਰਾਪਤੀ ਹੁੰਦੀ ਹੈ। ਫਿਰ ਜਦੋਂ ਉਹਨਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ, ਫਿਰ ਅਗਾਂਹ ਹੋਰ ਉਹ ਜਗਿਆਸੂਆਂ ਨੂੰ ਸਹਾਇਤਾ ਕਰਦੇ ਹਨ। ਇਸ ਤਰ੍ਹਾਂ ਇਹ ਸਿਲਸਿਲਾ ਚੱਲਿਆ ਰਹਿੰਦਾ ਹੈ। ਕਿਰਪਾ ਕਰੇ ਜਿਸ ਪਾਰ ਬ੍ਰਹਮ, ਹੋਵੇ ਸਾਧੂ ਸੰਗ, ਜਿਉਂ-ਜਿਉਂ ਉਹ ਵਧਾਈ ਹੈ, ਤਿਉਂ-ਤਿਉਂ ਹਰ ਸਿਉ ਰੰਗ। ਪੂਰਬ ਕਰਮ ਅੰਕੁਰ ਜਬ ਪ੍ਰਗਟੇ, ਭੇਟਿਓ ਪੁਰਖ ਰਸਕ ਬੈਰਾਗੀ, ਮਿਟਿਓ ਅੰਧੇਰ ਮਿਲਤ ਹਰ ਨਾਨਕ, ਜਨਮ ਜਨਮ ਕੀ ਸੋਈ ਜਾਗੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤ ਆਵੇ। ਸੋ ਪੜਿਆ ਪੜਾਇਆ, ਇਹ ਸੁਣਿਆ ਸੁਣਾਇਆ, ਇਹ ਸਿੱਖਿਆ ਸਿਖਾਇਆ, ਇਹ ਸਮਝਿਆ ਸਮਝਾਇਆ ਬਾਰਮੁਖੀ ਦਿਮਾਗੀ ਗਿਆਨ, ਇਹ ਬੁੱਧੀ ਦੀ ਪ੍ਰਾਪਤੀ ਹੈ ਤੇ ਇਸ ਦੇ ਪ੍ਰਚਾਰ ਦਾ ਸਿਲਸਿਲਾ ਵੀ ਸਿਰਫ ਸਰੀਰਕ ਤੇ ਦਿਮਾਗੀ ਕਰਤਵ ਹੈ। ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਅੰਤਰ ਆਤਮੇ ਤਤ ਗਿਆਨ ਦੇ ਪ੍ਰਕਾਸ਼ ਰੂਪ ਸ਼ਬਦ ਨਾਮ ਦੇ ਗੁੱਝੇ ਭੇਦਾਂ ਨੂੰ ਇਹ ਬੁੱਧੀ ਮੰਡਲ ਦੀ ਫਿਲਾਸਫੀ ਅਨੁਭਵ ਨਹੀਂ ਕਰ ਸਕਦੀ, ਕਿਉਂਕਿ ਇਹ ਆਤਮਿਕ ਖੇਡ ਬੁੱਧੀ ਦੀ ਪਕੜ ਤੋਂ ਪਰੇ ਹੈ। ਉਦਾਹਰਣ ਦੇ ਤੌਰ ਤੇ ਬਿਜਲੀ ਦੀ ਬਾਬਤ ਕਿਤਾਬੀ ਤੇ ਦਿਮਾਗੀ ਗਿਆਨ ਪੜ੍ਹਨਾ, ਇਹ ਪੜ੍ਹਾਉਣਾ, ਇਹ ਹੋਰ ਗੱਲ ਹੈ। ਇਸੇ ਤਰ੍ਹਾਂ ਆਤਮਿਕ ਮੰਡਲ ਦੇ ਜੀਵਨ ਰੋਂ ਸ਼ਬਦ ਨਾਮ ਦੇ ਪ੍ਰਗਟ ਪਹਾਰੇ ਜਾਪਦਾ ਜਾਂ ਪ੍ਰਕਾਸ਼ ਦੇ ਆਨੰਦ ਰੰਗ ਰਸ ਨੂੰ ਅੰਤਰਾਤਮੇ ਨਿੱਜੀ ਤਜਰਬੇ ਦੁਆਰਾ ਮਾਣਨਾ ਹੋਰ ਗੱਲ ਹੈ, ਤੇ ਇਸ ਆਤਮਿਕ ਮੰਡਲ ਦੇ ਤਤ ਗਿਆਨ ਦੇ ਭੇਦ ਦੀ ਬਾਬਤ ਨਿਰਾਪੁਰਾ ਦਿਮਾਗੀ ਗਿਆਨ ਕੋਟਣਾ, ਇਹ ਬਿਲਕੁਲ ਹੋਰ ਗੱਲ ਹੈ। ਗੁਰਬਾਣੀ ਵਿੱਚ ਇਸੇ ਅੰਤਰਮੁਖੀ ਆਤਮਿਕ ਤਤ ਗਿਆਨ ਦਾ ਬਿਆਨ ਉਪਦੇਸ਼ ਤੇ ਅਨੁਭਵ ਦੁਆਰਾ ਪ੍ਰਾਪਤੀ ਦੀ ਜੁਗਤੀ ਭਰਪੂਰ ਹੈ। ਫਿਰ ਵੀ ਅਸੀਂ ਇਸ ਆਤਮਿਕ ਮੰਡਲ ਦੀ ਇਲਾਹੀ ਅਮੋਲਕ ਦਾਤ ਅਨੂਪ ਵਸਤੂ ਦੇ ਆਨੰਦ ਰੰਗ ਰਸ ਸੁਖ ਸਵਾਦ ਤੋਂ ਆਪ ਵੀ ਵਾਂਝੇ ਰਹਿ ਰਹੇ ਹਾਂ ਤੇ ਜਗਤ ਨੂੰ ਵੀ ਵਾਂਝਾ ਕਰ ਰੱਖਿਆ ਹੈ। ਭਾਵੇਂ ਭਰੀ ਪਈ ਹੈ ਗੁਰਬਾਣੀ ਉਸ ਆਤਮਿਕ ਤਤ ਗਿਆਨ ਨਾਲ, ਜੁਗਤੀ ਵੀ ਜਗ੍ਹਾ ਜਗ੍ਹਾ ਤੇ ਦਰਸਾਈਏ ਤਰੀਕਾ ਹੈ ਪ੍ਰਾਪਤ ਕਰਨ ਦਾ, ਪਰ ਨਾ ਅਸੀਂ ਆਪ ਮਾਣਿਆ ਉਸ ਨਾਮ ਨੂੰ, ਅਨੁਭਵੀ ਅਵਸਥਾਵਾਂ ਨੂੰ, ਤੇ ਜਗਤ ਨੂੰ ਵੀ ਇਸ ਤੋਂ ਵਾਂਝਿਆ ਰੱਖਿਆ ਹੈ। ਮਾਰਗ ਮੋਤੀ ਬੀਥਰੇ ਅੰਧਾ ਨਿਕਸਿਓ ਆਏ, ਜੋਤ ਬਿਨਾ ਜਗਦੀਸ਼ ਕੀ ਜਗਤ ਉਲੰਘੇ ਜਾਏ। ਇਸ ਅਣਗਹਿਲੀ ਅਗਿਆਨਤਾ ਮਹਾ ਭੁੱਲ ਤੇ ਭਰਮ ਭੁਲਾਵੇ ਦੇ ਕਾਰਨ ਇਹ ਹਨ ਕਿ ਤਤ ਗਿਆਨ ਭਰਿਆ ਗੁਰਬਾਣੀ ਵਿੱਚ ਤੇ ਸਾਰੀ ਉਮਰ ਗੁਰਬਾਣੀ ਸੁਣਦੇ ਆ, ਅਸੀਂ ਉਸ ਤਤ ਗਿਆਨ ਦੇ ਅਨੁਭਵ ਤੋਂ ਵਾਂਝੇ ਆ। ਇਹ ਤਾਂ ਮਹਾ ਭੁੱਲ ਹੈ, ਭਰਮ ਭੁਲਾਵਾ ਹੈ, ਇਸ ਅਣਗਹਿਲੀ ਹੈ। ਇਹ ਅਣਗਹਿਲੀ ਦਾ ਕਾਰਨ ਕੀ ਹੈ? ਕੁਝ ਗੁਰਮੁਖ ਪਿਆਰਿਆਂ ਨੇ ਦਰਸਾਏ ਹਨ ਕਿ ਅਸੀਂ ਬਾਰਮੁਖੀ ਕਰਮਕਾਂਡਾਂ ਨੂੰ ਹੀ ਸੰਪੂਰਨ ਧਰਮ ਸਮਝੀ ਬੈਠੇ ਹਾਂ ਤੇ ਇਸ ਦੇ ਰੱਟ ਰੂਟੀਨ ਵਿੱਚ ਹੀ ਮਸਤ ਅਤੇ ਸੰਤੁਸ਼ਟ ਹਾਂ। ਜਿਸ ਕਿਸੇ ਨੇ ਆਪਣੀ ਧਾਰਮਿਕ ਕਰਮ ਕਿਰਿਆ ਦੀ ਇੱਕ ਰੂਟੀਨ ਬਣਾ ਲਈ ਤੇ ਸਾਲਾਂ ਬੱਧੀ ਉਸੇ ਰੂਟੀਨ ਵਿੱਚ, ਉਸੇ ਘੁੰਮਣ ਘੇਰ ਵਿੱਚ ਬਾਹਰਮੁਖੀ ਕਰਮ ਕਾਂਡਾਂ ਦੀ ਕੋਈ ਅੰਤਰਮੁਖੀ ਲਈ ਘਾਲਣਾ ਨਹੀਂ ਘਾਲਦਾ। ਕੋਈ 7-8-10 ਘੰਟੇ ਕੱਢ ਕੇ ਵੱਖਰਾ ਤੌਰ ਤੇ ਅੰਤਰਮੁਖੀ ਹੋਣ ਦੀ ਜਾਚ ਸਿੱਖੀਏ, ਪਰ ਅਸੀਂ ਬਾਹਰਮੁਖੀ ਕਰਮ ਕਾਂਡਾਂ ਵਿੱਚ ਹੀ ਸੰਤੁਸ਼ਟ। ਦੂਸਰਾ, ਅਸੀਂ ਦਿਮਾਗੀ ਗਿਆਨ ਤੇ ਧਰਮ ਨੂੰ ਨਿੱਜੀ ਮਾਇਕੀ ਸਵਾਰ ਦੀ ਪੂਰਤੀ ਦਾ ਸਾਧਨ ਬਣਾਇਆ ਹੋਇਆ ਹੈ। ਤੀਸਰਾ, ਤ੍ਰੈਗੁਣੀ ਹਉਮੈ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ ਹੀ ਅੰਤਮ ਧਾਰਮਿਕ ਮੰਜ਼ਲ ਸਮਝੀ ਬੈਠੇ ਹਾਂ। ਜੇ ਮੰਜ਼ਲ ਨਾ ਸਮਝੀਏ ਤਾਂ ਹੋਰ ਅਗਾਂਹ ਤੁਰੀਏ ਕਿ ਇਸ ਤੋਂ ਅੱਗੇ ਵੀ ਕੁਝ ਹੈ, ਪਰ ਉਸ ਨੂੰ ਸੰਤੁਸ਼ਟ ਹਾਂ, ਉਸੇ ਨੂੰ ਮੰਜ਼ਲ ਸਮਝ ਲਿਆ, ਬਾਹਰਮੁਖੀ ਹਉਮੈ ਦੇ ਭਰਮ ਭੁਲਾਵੇ ਵਾਲੀ ਧਾਰਮਿਕ ਅਵਸਥਾ ਨੂੰ। ਚੌਥੇ ਪਦ ਦੇ ਆਤਮਿਕ ਮੰਡਲ ਦੀ ਅਨੁਭਵੀ ਇਲਾਹੀ ਖੇਲ ਦੀ ਸਾਨੂੰ ਸੋਝੀ ਨਹੀਂ, ਗਿਆਨ ਹੀ ਨਹੀਂ, ਨਿਸ਼ਚਾ ਹੀ ਨਹੀਂ, ਲੋੜ ਹੀ ਨਹੀਂ, ਭੁੱਖ ਹੀ ਨਹੀਂ, ਉਦਮ ਤਾਂ ਕੀ ਕਰਨਾ ਸੀ, ਉਦਮ ਹੀ ਨਹੀਂ। ਅਸੀਂ ਆਪਣੇ ਜੀਵਨ ਨੂੰ ਹਉਮੈ ਦੇ ਭਰਮ ਭੁਲਾਵੇ ਦੀ ਹਨੇਰ ਕੋਠਲੀ ਵਿੱਚ ਕੈਦ ਕੀਤਾ ਹੋਇਆ ਹੈ, ਜਿਸ ਵਿੱਚ ਆਤਮਿਕ ਪ੍ਰਕਾਸ਼ ਦੀ ਕਿਰਨ ਦੇ ਦਾਖਲ ਹੋਣ ਦੀ ਸੰਭਾਵਨਾ ਹੀ ਨਹੀਂ ਹੈ। ਭਾਵੇਂ ਕਿ ਆਪੋ ਉਸਾਰੀ ਹੋਈ ਹਉਮੈ ਦੀ ਹਨੇਰ ਕਾਲ ਕੋਠਲੀ ਵਿੱਚ ਹੀ ਆਪੋ ਆਪਣੇ ਅਧੂਰੇ ਗਲਤ ਤੇ ਫੋਕੇ ਧਾਰਮਿਕ ਨਿਸ਼ਚੇ ਦੀਆਂ ਕਾਲੀਆਂ ਐਨਕਾਂ ਲਾਈਆਂ ਹੋਈਆਂ ਹਨ, ਜਿਹੜੀਆਂ ਅਸੀਂ ਲਾਉਣ ਨੂੰ ਤਿਆਰ ਹੀ ਨਹੀਂ। ਜਿਸ ਕਿਸੇ ਨੇ ਧਰਮ ਦੀ ਬਾਬਤ ਕੋਈ ਨਿਸ਼ਚਾ ਬਣਾ ਲਿਆ, ਉਸੇ ਕੋਣ ਵਿੱਚ, ਉਸੇ ਗਲਤ ਨਿਸ਼ਚੇ ਵਿੱਚ ਸੰਤੁਸ਼ਟ ਹੈ। ਹੁਣ ਪੁਰਾਣਾ ਨਿਸ਼ਚਾ ਤਿਆਗੀਏ ਤਾਂ ਵੀ ਤਾਂ ਕੋਈ ਨਵਾਂ ਰੰਗ ਚੜੇ, ਪਰ ਆਪਣੀਆਂ ਕਾਲੀਆਂ ਐਨਕਾਂ ਗਲਤ ਨਿਸ਼ਚੇ ਦੀਆਂ ਲਾਉਣ ਨੂੰ ਅਸੀਂ ਤਿਆਰ ਹੀ ਨਹੀਂ। ਇਸ ਤਰ੍ਹਾਂ ਅਸੀਂ ਆਪਣਾ ਜੀਵਨ ਪਲਚ ਪਲਚ ਸਗਲੀ ਮੂਈ ਝੂਠੇ ਤੰਦੇ ਮੋਹ ਵਾਲਾ ਬਣਾ ਰੱਖਿਆ ਹੈ। ਸੋ ਬਖਸ਼ੇ ਹੋਏ
ਗੁਰਮੁਖ ਪਿਆਰੇ ਮਹਾਂਪੁਰਖਾਂ ਦੇ ਰਾਹੀਂ ਗੁਰੂਆਂ ਅਵਤਾਰਾਂ ਦੇ ਦਰਸਾਏ ਹੋਏ ਆਤਮ ਪ੍ਰਕਾਸ਼ ਜਾਂ ਆਤਮ ਤਤ ਗਿਆਨ ਦੀ ਬਖਸ਼ਿਸ਼ ਸੀਨਾ ਬਸੀਨਾ ਜੋਤ ਨਾਲ ਜੋਤ ਜਗਾਉਣ ਦਾ ਅਟੁੱਟ ਤੇ ਅਭੁੱਲ ਸਿਲਸਿਲਾ ਲਗਾਤਾਰ ਚੱਲਿਆ ਆਉਂਦਾ ਹੈ। ਨਾਮ ਰਹਿਓ ਸਾਧੂ ਰਹਿਓ ਗੁਰ ਗੋਬਿੰਦ, ਕਉ ਨਾਨਕ ਇਹ ਜਗਤ ਮੈਂ ਕਿਨ ਜਪਿਓ ਗੁਰਮੰਦ। ਪਰ ਇਹ ਆਤਮਕ ਮੰਡਲ ਦੀ ਨਿਰਾਲੀ ਗੁੱਜੀ ਤੇ ਵਿਰਲੀ ਖੇਲ ਹੈ ਤੇ ਕਿਸੇ ਵਿਰਲੇ ਕੋਟਨ ਮੈਂ ਕੋਈ ਭਾਗਾਂ ਵਾਲੇ ਗੁਰਮੁਖ ਪਿਆਰਿਆਂ ਤੇ ਵਰਤਦੀ ਹੈ। ਧਿਆਨ ਦੇਣਾ ਜੀ, ਉਹ ਆਤਮਕ ਤਤ ਗਿਆਨ ਦੀ ਪ੍ਰਾਪਤੀ, ਅੰਤਰਮੁਖੀ ਜੀਵਨ ਦੀ ਕਣੀ, ਇਹ ਸੀਨਾ ਬਸੀਨਾ ਗੁਰੂ ਮਹਾਰਾਜ ਦੇ ਸਮੇਂ ਤੋਂ ਚਲੀ ਆ ਰਹੀ ਹੈ। ਇੱਕ ਮਹਾਂਪੁਰਖ ਤੋਂ ਦੂਜੇ ਨੂੰ, ਦੂਜੇ ਤੋਂ ਤੀਜੇ ਨੂੰ ਇਸ ਤਰ੍ਹਾਂ ਛੋ ਲੱਗਦੀ ਹੈ, ਅਗਾਂਹ ਵੱਧਦੀ ਗਈ। ਪਰ ਇਹ ਜਿਹੜੀ ਦਾਤ ਹੈ ਕੋਟਨ ਮੈਂ ਕਰੋੜਾਂ ਚੋਂ ਕਿਸੇ ਇੱਕ ਵਿਰਲੇ ਗੁਰਮੁਖ ਪਿਆਰਿਆਂ ਨੂੰ ਪ੍ਰਾਪਤ ਹੁੰਦੀ ਹੈ, ਕਿਉਂਕਿ ਕਮਾਈ ਕਰਨ ਵਾਲੇ ਵਿਰਲੇ ਹੀ ਹੁੰਦੇ ਹਨ, ਬਾਕੀ ਤਾਂ ਆਪਣੇ ਆਪ ਨੂੰ ਕਰਮ ਕਾਂਡਾਂ ਵਿੱਚ ਫਸਾ ਦਿੰਦੇ ਹਨ। ਤੇ ਜਿਨ੍ਹਾਂ ਤੇ ਇਹ ਕਲਾ ਵਰਤਦੀ ਹੈ, ਭਾਵੇਂ ਕਰੋੜਾਂ ਚੋਂ ਇੱਕ ਅੱਧ ਗੁਰਮੁਖ ਵੀ ਹੋਵੇ, ਤੇ ਉਹਨਾਂ ਦੇ ਜੀਵਨ ਦੀਆਂ ਆਤਮਕ ਕਿਰਨਾਂ ਦੁਆਰਾ ਕਲਯੁਗ ਵਿੱਚ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦੇ ਰਿਹਾ ਹੈ। ਧਿਆਨ ਦੇਣਾ ਜੀ, ਇਹ ਬਹੁਤ ਜ਼ਰੂਰੀ ਨੁਕਤਾ ਹੈ। ਕਿਤਨੇ ਧਰਮ ਪ੍ਰਚਲਿਤ ਹਨ ਸ੍ਰਿਸ਼ਟੀ ਵਿੱਚ, ਜੇ ਨੇੜੇ ਹੋ ਕੇ ਦੇਖੋ ਸਾਰੇ ਬਾਰਮੁਖੀ ਕਰਮ ਕਾਂਡਾਂ ਵਿੱਚ ਫਸੇ ਹਨ। ਕਿਤਨੀ ਮਿਹਨਤ ਲੋਕ ਕਰਦੇ ਹਨ, ਪਰ ਹੈ ਨਿਕਲੀ ਨਿਰੀ ਫੋਕੀ ਕਰਮ ਕਿਰਿਆ। ਤੇ ਜਿਸ ਗੁਰਮੁਖ ਪਿਆਰੇ ਤੇ ਇਹ ਆਤਮਕ ਕਲਾ ਵਰਤਦੀ ਹੈ ਅੰਤਰਮੁਖੀ ਜੀਵਨ ਦੀ, ਉਹਨਾਂ ਦੀਆਂ ਆਤਮਕ ਕਿਰਨਾਂ ਰਾਹੀਂ ਜਾਂ ਉਹਨਾਂ ਦੀ ਸੰਗਤ ਵਿੱਚ ਇਹੋ ਜੇ ਅੰਤਰਮੁਖੀ ਆਤਮਕ ਧਰਮ ਦਾ ਇਲਾਹੀ ਪ੍ਰਕਾਸ਼ ਇਸ ਕਲਯੁਗ ਵਿੱਚ ਕਿਤੇ ਕਿਤੇ ਟਹਿਕਦਾ ਮਹਿਕਦਾ ਦਿਖਾਈ ਦੇ ਰਿਹਾ ਹੈ। ਐਸੇ ਜਨ ਵਿਰਲੇ ਸੰਸਾਰੇ ਗੁਰ ਸ਼ਬਦ ਵਿਚਾਰੇ ਰਹੇ ਨਿਰਾਰੇ। ਇਹਨਾਂ ਦੋਹਾਂ ਮੰਡਲਾਂ ਦੇ ਧਰਮਾਂ ਨੂੰ ਚੰਗੀ ਤਰ੍ਹਾਂ ਸਪਸ਼ਟ ਕਰਨ ਲਈ ਹੇਠਾਂ ਨਿਖੇਰਵਾਂ ਨਿਰਣਾ ਕੀਤਾ ਜਾਂਦਾ ਹੈ। ਇੱਥੇ ਗੁਰਮੁਖ ਪਿਆਰਿਆਂ ਨੇ ਇੱਕ ਬਿਓਰਾ ਦਿੱਤਾ ਜਿਸ ਵਿੱਚ ਨਿਸ਼ਾਨੀਆਂ ਦੱਸੀਆਂ ਹਨ ਕਿ ਆਤਮਕ ਮੰਡਲ ਦਾ ਅੰਤਰਮੁਖੀ ਧਰਮ ਦੀਆਂ ਕੀ ਨਿਸ਼ਾਨੀਆਂ ਹਨ, ਕਿਹੋ ਜਿਹਾ ਹੈ, ਤੇ ਤ੍ਰੈਗੁਣੀ ਮੰਡਲ ਦੇ ਬਾਰਮੁਖੀ ਧਰਮ ਉਹ ਕਿਹੋ ਜਿਹਾ ਹੈ। ਆਤਮਕ ਮੰਡਲ ਦਾ ਅੰਤਰਮੁਖੀ ਧਰਮ ਇਹ ਅਨੁਭਵ ਦੀ ਖੇਲ ਹੈ, ਇਹ ਬੋਲੀਹੀਨ ਹੈ, ਇਹ ਅੱਖਰਹੀਨ ਹੈ, ਕਿਉਂਕਿ ਸਾਰਾ ਸੁਰਤ ਦਾ ਵਿਸ਼ਾ ਅੰਤਰਾਤਮੇ ਦਾ ਵਿਸ਼ਾ ਹੈ। ਇਹ ਅੰਤਰ ਆਤਮਕ ਛੋ ਹੈ, ਇਹ ਅਨੁਭਵੀ ਸੋਝੀ ਹੈ, ਇਹ ਆਤਮ ਪ੍ਰਕਾਸ਼ ਹੈ। ਤੇ ਬਾਰਮੁਖੀ ਧਰਮ ਇਹ ਦਿਮਾਗੀ ਵਿਸ਼ਾ ਹੈ, ਇਹ ਬੋਲੀ ਵਾਲਾ ਹੈ, ਅੱਖਰਾਂ ਵਾਲਾ ਹੈ, ਇਹ ਬਾਹਰੋਂ ਪ੍ਰਾਪਤ ਕੀਤਾ ਜਾਂਦਾ ਹੈ, ਇਹ ਸਿੱਖਿਆ ਸਿਖਾਇਆ ਜਾਂਦਾ ਹੈ, ਸਿਰਫ ਦਿਮਾਗੀ ਗਿਆਨ ਹੈ। ਅੰਤਰਮੁਖੀ ਆਤਮਕ ਧਰਮ ਇਹ ਜ਼ਾਹਰਾ ਜ਼ਹੂਰ ਹੈ। ਇੱਥੇ ਤਾਂ ਕੋਈ ਸਵਾਰਥ ਵਾਲੀ ਗੱਲ ਹੀ ਨਹੀਂ, ਇੱਕੋ ਇੱਕ ਨਾਮ ਹੈ, ਇੱਥੇ ਇੱਕੋ ਰੰਗ ਹੈ, ਇਹ ਬਿਸਮਾਦੀ ਖੇਲ ਹੈ। ਇੱਥੇ ਏਕਤਾ ਹੈ ਸਾਰੀ ਸ੍ਰਿਸ਼ਟੀ ਨਾਲ, ਇੱਥੇ ਨਿਮਰਤਾ ਹੈ ਆਕੜ ਨਹੀਂ, ਇੱਥੇ ਪਿਆਰ ਹੈ, ਇੱਥੇ ਏਕ ਚਿੰਤਨ ਹੈ, ਇੱਥੇ ਘਰ ਮੈਂ ਸਭ ਕੁਛ ਹੈ। ਇਹ ਪਿਰਮ ਖੇਲ ਹੈ, ਇਹ ਤਾਂ ਅੰਤਰ ਵਿਰੋਲਣਾ ਹੈ, ਅੰਦਰੋਂ ਖੋਜਣਾ ਹੈ। ਤੇ ਬਾਰਮੁਖੀ ਧਰਮ ਇਹ ਭਰਮ ਭੁਲਾਵਾ ਹੈ, ਇੱਥੇ ਅਨੇਕਾਂ ਵੇਸ ਹਨ, ਅਨੇਕਾਂ ਰੰਗ ਹਨ, ਇਹ ਦਿਮਾਗੀ ਖੇਲ ਹੈ। ਇੱਥੇ ਇੱਕ ਦੂਜੇ ਨਾਲ ਅਸੀਂ ਦੁਐਤ ਵੀ ਕਰਦੇ ਹਾਂ, ਇੱਥੇ ਹਉਮੈ ਦਾ ਬੋਲ ਬਾਲਾ ਹੈ, ਇੱਥੇ ਕਿਰਨਾ ਹੈ, ਇੱਥੇ ਅਨੇਕ ਚਿੰਤਨ ਹਨ, ਇਹ ਬਾਹਰ ਢੂੰਡਣਾ ਹੈ, ਇਹ ਮੁਰਦੇ ਸਾਧਨ ਹਨ, ਇਹ ਸਰੀਰਕ ਕਰਮ ਕਿਰਿਆ ਹੈ। ਬਾਹਰਮੁਖੀ ਧਰਮ ਸਰੀਰਕ ਕਰਮ ਕਿਰਿਆ ਹੈ ਤੇ ਅੰਤਰਮੁਖੀ ਧਰਮ ਅੰਤਰ ਵਿਰੋਲਣਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।